ਲਾਮ ਦੀ ਪੂਰਨ ਧੁਨੀ ਅਸੀਂ ਵਿਚਾਰ ਲਈ ਹੈ। ਸੰਖੇਪ ਵਿੱਚ ਹਰ ਉਹ ਅੱਖਰ ਜਿਸ ਨੂੰ ਲਾਮ ਦੀ ਲਗ ਲੱਗੀ ਹੈ, ਉਸ ਅੱਖਰ ਦਾ ਉਚਾਰਨ ਲਾਮ ਦੀ ਪੂਰਨ ਧੁਨੀ ਵਾਲਾ ਹੁੰਦਾ ਹੈ। ਲਾਮ ਦੀ ਪੂਰਨ ਧੁਨੀ ਤਾਂ ਹੋਰ ਭਾਸ਼ਾਵਾਂ ਵਿੱਚ ਵੀ ਹੁੰਦੀ ਹੈ, ਪਰ ਲਾਮ ਦੀ ਲਘੂ ਧੁਨੀ ਗੁਰਬਾਣੀ ਦੀ ਭਾਸ਼ਾ ਦੀ ਵਿਲੱਖਣ ਧੁਨੀ ਹੈ। ਆਓ ਗੁਰਬਾਣੀ ਉਚਾਰਨ ਦੀ ਵਿਲੱਖਣ ਧੁਨੀ ਲਾਮ ਦੀ ਲਘੂ ਧੁਨੀ ਵਿਚਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖਰਾਂ ਨੂੰ ਸਿਹਾਰੀ ਦਾ ਉਚਾਰਨ ਸਿਹਾਰੀ ਦੀ ਧੁਨੀ ਦੀ ਬਜਾਏ ਲਾਮ ਦੀ ਧੁਨੀ ਵਾਲਾ ਹੁੰਦਾ ਹੈ। ਸਿਹਾਰੀ ਦਾ ਉਚਾਰਨ ਲਾਮ ਵਾਲਾ ਹੀ ਕਿਉਂ ਹੁੰਦਾ ਹੈ? ਗੁਰਬਾਣੀ ਦੀ ਸਿਹਾਰੀ ਨੂੰ ਲਾਮ ਵਾਂਗ ਉਚਾਰਨ ਕਰਨ ਦਾ ਸੰਕੇਤ ਗੁਰਬਾਣੀ ਵਿੱਚ ਹੀ ਸੁਭਾਇਮਾਨ ਹੈ। ਗੁਰਬਾਣੀ ਵਿੱਚ ਸੱਸੇ ਨੂੰ ਲਾਮ ਭਾਵ ਸੇ ਨੂੰ ਸੱਸੇ ਦੀ ਸਿਹਾਰੀ ਭਾਵ ਸੇ ਰਾਹੀਂ ਦਰਸਾਇਆ ਹੈ। ਜਿਵੇਂ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ, ਪਰ ਦੂਜੇ ਪਾਸੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਸੇ ਸੇਵਾ ਲਾਇਆ, ਸੇ ਸੱਸੇ ਨੂੰ ਲਾਮ ਨੂੰ ਸੱਸੇ ਨੂੰ ਸਿਹਾਰੀ ਵਜੋਂ ਸੁਭਾਇਮਾਨ ਕਰਨਾ ਮਹੱਤਵਪੂਰਨ ਸੰਕੇਤ ਹੈ ਕਿ ਅੱਖਰਾਂ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਧੁਨੀ ਅਨੁਸਾਰ ਕੀਤਾ ਜਾ ਸਕਦਾ ਹੈ। ਪਰ ਗੁਰਬਾਣੀ ਸੁਣਨ ਵਾਲੇ ਲਈ ਸੱਸੇ ਨੂੰ ਲਾਮ ਅਤੇ ਸੱਸੇ ਨੂੰ ਸਿਹਾਰੀ ਦੇ ਉਚਾਰਨ ਵਿੱਚ ਅੰਤਰ ਵੀ ਹੋਣਾ ਚਾਹੀਦਾ ਹੈ, ਕਿਉਂ ਜੋ ਅੱਖਰ ਨੂੰ ਲਾਮ ਲੱਗਣ ਨਾਲ ਲਾਮ ਦੀ ਪੂਰਨ ਧੁਨੀ ਦਾ ਉਚਾਰਨ ਜਿਵੇਂ ਸੇ ਹੁੰਦਾ ਹੈ, ਇਸ ਲਈ ਅੱਖਰ ਨੂੰ ਸਿਹਾਰੀ ਲੱਗਣ ਨਾਲ ਉਚਾਰਨ ਦੇ ਅੰਤਰ ਲਈ ਅੱਖਰ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਜਿਵੇਂ ਸੇ ਵਾਲਾ ਕੀਤਾ ਜਾਂਦਾ ਹੈ। ਜਿਵੇਂ ਲਾਮ ਦਾ ਉਚਾਰਨ ਹੈ ਸੱਚੇ ਰਤੇ ਸੇ ਨਿਰਮਲੇ, ਸੇ ਨਿਰਮਲੇ, ਪਰ ਸਿਹਾਰੀ ਦਾ ਉਚਾਰਨ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਸੇ ਸੇਵਾ ਲਾਇਆ, ਸੇ 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 ਸੇ। ਗੁਰਬਾਣੀ ਵਿੱਚ ਸਿਹਾਰੀ ਦਾ ਲਾਮ ਵਾਂਗ ਉਚਾਰਨ ਦਾ ਇੱਕ ਹੋਰ ਮਹੱਤਵਪੂਰਨ ਸੰਕੇਤ ਵੀ ਹੈ। ਸ਼ਬਦ ਦੇ ਵਿਚਕਾਰਲੇ ਅੱਖਰ ਵਜੋਂ ਈੜੀ ਨੂੰ ਲਾਮ ਦੀ ਜਗ੍ਹਾ ਈੜੀ ਨੂੰ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਉਚਾਰਨ ਈੜੀ ਨੂੰ ਲਾਮ ਵਾਲਾ ਹੁੰਦਾ ਹੈ। ਜਿਵੇਂ ਪਾਏ ਦੇ ਨੂੰ ਪਾਏ ਦੇ ਹੀ ਲਿਖਿਆ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ, ਡੁੱਬੇ ਹਰ ਨਾਮ ਵਿਸਾਰ। ਈੜੀ ਨੂੰ ਲਾਮ ਅਤੇ ਈੜੀ ਨੂੰ ਸਿਹਾਰੀ ਦੇ ਫਰਕ ਨੂੰ ਗੁਰਬਾਣੀ ਦਾ ਪਾਠ ਸੁਣਨ ਵਾਲੇ ਨੂੰ ਉਚਾਰਨ ਰਾਹੀਂ ਸਮਝਾਉਣ ਲਈ ਈੜੀ ਨੂੰ ਲਾਮ ਦਾ ਉਚਾਰਨ ਲਾਮ ਦੀ ਪੂਰਨ ਧੁਨੀ ਵਾਲਾ ਹੁੰਦਾ ਹੈ, ਜਦਕਿ ਈੜੀ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਆਓ ਦੇਖੀਏ ਕਿ ਕਦੋਂ ਕਦੋਂ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਨੰਬਰ 1, ਜਦੋਂ ਸ਼ਬਦ ਦਾ ਵਿਚਕਾਰਲਾ ਜਾਂ ਆਖਰੀ ਅੱਖਰ ਸਿਹਾਰੀ ਵਾਲਾ ਸਵਰ ਹੋਵੇ, ਭਾਵ ਈੜੀ ਨੂੰ ਸਿਹਾਰੀ ਹੋਵੇ। ਵਿਚਕਾਰਲੇ ਅੱਖਰ ਵਜੋਂ ਸਵਰ ਨੂੰ ਸਿਹਾਰੀ, ਜਿਵੇਂ ਸ਼ਬਦ ਹੈ ਧਿਆਏ ਦੇ, ਧਿਆਏ ਦੇ ਵਿੱਚ ਈੜੀ ਨੂੰ ਸਿਹਾਰੀ ਵਿਚਕਾਰਲਾ ਅੱਖਰ। ਗੁਰਬਾਣੀ ਦਾ ਫਰਮਾਨ ਹੈ, ਹਰ ਕੇ ਦਾਸ ਹਰ ਧਿਆਏ ਦੇ, ਕਰ ਪ੍ਰੀਤਮ ਸਿਓ ਨੇਹੋ। ਧਿਆਏ ਦੇ। ਇਸੇ ਤਰ੍ਹਾਂ ਆਖਰੀ ਅੱਖਰ ਵਜੋਂ ਸਵਰ ਨੂੰ ਸਿਹਾਰੀ, ਜਿਵੇਂ ਸ਼ਬਦ ਹੈ ਸੋਏ, ਸੋਏ। ਗੁਰਬਾਣੀ ਦਾ ਫਰਮਾਨ ਹੈ, ਅੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੋਏ। ਇਉਂ ਸ਼ਬਦ ਦੇ ਆਖਰੀ ਸਵਰ ਨੂੰ ਸਿਹਾਰੀ ਲੱਗੀ ਹੈ ਅਤੇ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ। ਦੂਸਰਾ, ਜੇਕਰ ਸਿਹਾਰੀ ਵਾਲਾ ਸਵਰ ਜਿਵੇਂ ਈੜੀ ਨੂੰ ਸਿਹਾਰੀ ਸ਼ਬਦ ਦਾ ਪਹਿਲਾ ਅੱਖਰ ਹੋਵੇ ਅਤੇ ਉਪਰੰਤ ਵੀ ਸਵਰ ਜਾਂ ਹਾਹਾ ਹੋਵੇ। ਪਹਿਲੇ ਅੱਖਰ ਵਜੋਂ ਸਿਹਾਰੀ ਵਾਲੇ ਸਵਰ ਉਪਰੰਤ ਸਵਰ, ਜਿਵੇਂ ਸ਼ਬਦ ਹੈ ਇਆਨੜੀਏ, ਈੜੀ ਨੂੰ ਸਿਹਾਰੀ ਉਸ ਤੋਂ ਬਾਅਦ ਫਿਰ ਸਵਰ ਐੜਾ, ਇਆਨੜੀਏ। ਇਆਨੜੀਏ
ਮਾਨੜਾ ਕਾਏ ਕਰੇ। ਇਸ ਉਪਰੰਤ ਪਹਿਲੇ ਅੱਖਰ ਵਜੋਂ ਸਿਹਾਰੀ ਵਾਲੇ ਸਵਰ ਉਪਰੰਤ ਹਾ ਹਾ, ਜਿਵੇਂ ਸ਼ਬਦ ਹੈ ਇਹਾ, ਇਸ ਨੂੰ ਕਦੀ ਇਹਾ ਨਹੀਂ ਬੋਲਦੇ, ਇਹਾ, ਕਿਉਂਕਿ ਸਵਰ ਉਪਰੰਤ ਹਾ ਹਾ ਹੈ। ਗੁਰਬਾਣੀ ਦਾ ਫਰਮਾਨ ਹੈ, ਸੰਤ ਹੋ ਇਹਾ ਬਤਾਵਹੁ ਕਾਰੀ। ਇਹਾ, ਜੇਕਰ ਪਹਿਲੇ ਅੱਖਰ ਵਜੋਂ ਸਵਰ ਉਪਰੰਤ ਸਵਰ ਜਾਂ ਹਾਹਾ ਨਾ ਹੋਵੇ ਤਾਂ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਨਹੀਂ, ਬਲਕਿ ਸਿਹਾਰੀ ਦੀ ਪੂਰਨ ਧੁਨੀ ਵਾਲਾ ਹੁੰਦਾ ਹੈ। ਜਿਵੇਂ ਇਸ ਸਵਰ ਨੂੰ ਸਿਹਾਰੀ ਦਾ ਉਚਾਰਨ ਸਿਹਾਰੀ ਦੀ ਪੂਰਨ ਧੁਨੀ ਵਾਲਾ ਹੈ, ਇੱਕ, ਇਸ, ਇਨ। ਇਉਂ ਸ਼ਬਦ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੈ, ਜਦ ਕਿ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ। ਇਉਂ ਅਸੀਂ ਦੇਖਿਆ ਹੈ ਕਿ ਜਦੋਂ ਸ਼ਬਦ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੈ, ਪਰ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ। ਤੀਸਰਾ, ਜੇਕਰ ਸ਼ਬਦ ਦਾ ਵਿਚਕਾਰਲਾ ਜਾਂ ਆਖਰੀ ਅੱਖਰ ਸਿਹਾਰੀ ਵਾਲਾ ਹਾਹਾ ਹੋਵੇ, ਵਿਚਕਾਰਲਾ ਜਾਂ ਆਖਰੀ ਅੱਖਰ ਸਿਹਾਰੀ ਵਾਲਾ ਹਾਹਾ। ਆਓ ਵਿਚਾਰਦੇ ਹਾਂ ਕਿ ਸ਼ਬਦ ਦੇ ਵਿਚਕਾਰਲੇ ਅੱਖਰ ਵਜੋਂ ਹਾਹੇ ਨੂੰ ਸਿਹਾਰੀ, ਜਿਵੇਂ ਸ਼ਬਦ ਹੈ ਸਾਹਿਬ, ਇਹ ਸਾਹਿਬ ਨਹੀਂ ਹੈ, ਸਾਹਿਬ, ਕਿਉਂ ਹੀ ਹਾਹਾ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਇਸੇ ਤਰ੍ਹਾਂ ਸ਼ਬਦ ਦੇ ਆਖਰੀ ਅੱਖਰ ਵਜੋਂ ਹਾਹੇ ਨੂੰ ਸਿਹਾਰੀ, ਜਿਵੇਂ ਸ਼ਬਦ ਹੈ ਕਤਹੇ, ਇਹ ਕਤਹੀ ਨਹੀਂ, ਕਤਹੇ, ਕਿਉਂਕਿ ਹਾਹੇ ਨੂੰ ਸਿਹਾਰੀ ਹੈ, ਇਹ ਲਘੂ ਲਾਮ ਕਤਹੇ। ਗੁਰਬਾਣੀ ਦਾ ਫਰਮਾਨ ਹੈ, ਗੁਰ ਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤਹੇ ਨ ਧਾਵਹੋ, ਕਤਹੇ। ਇਉਂ ਸ਼ਬਦ ਦੇ ਵਿਚਕਾਰਲੇ ਜਾਂ ਆਖਰੀ ਹਾਹੇ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਚੌਥਾ, ਜੇਕਰ ਸ਼ਬਦ ਦੇ ਪਹਿਲੇ ਅਤੇ ਵਿਚਕਾਰਲੇ ਅੱਖਰ ਵਜੋਂ ਸਿਹਾਰੀ ਵਾਲੇ ਵਿਅੰਜਨ ਉਪਰੰਤ ਸਵਰ ਜਾਂ ਹਾਹਾ ਹੋਵੇ। ਆਓ ਦੇਖਦੇ ਹਾਂ, ਪਹਿਲੇ ਅੱਖਰ ਵਜੋਂ ਸਿਹਾਰੀ ਵਾਲੇ ਵਿਅੰਜਨ ਉਪਰੰਤ ਸਵਰ। ਸ਼ਬਦ ਹੈ ਕਿਆ, ਇਸ ਦਾ ਉਚਾਰਨ ਕੀਆ ਨਹੀਂ ਹੁੰਦਾ, ਕਿਆ, ਕਿਉਂਕਿ ਵਿਅੰਜਨ ਉਪਰੰਤ ਸਵਰ ਹੈ। ਗੁਰਬਾਣੀ ਦਾ ਫਰਮਾਨ ਹੈ, ਆਖਣ ਵਾਲਾ ਕਿਆ ਵਿਚਾਰਾ। ਇਸੇ ਤਰ੍ਹਾਂ ਵਿਚਕਾਰਲੇ ਅੱਖਰ ਵਜੋਂ ਸਿਹਾਰੀ ਵਾਲੇ ਵਿਅੰਜਨ ਉਪਰੰਤ ਸਵਰ। ਸ਼ਬਦ ਹੈ ਸੇਵਿਆ, ਸੇਵੀਆ ਨਹੀਂ, ਸੇਵਿਆ। ਗੁਰਬਾਣੀ ਦਾ ਫਰਮਾਨ ਹੈ, ਜਿਨ ਹਰ ਹਿਰਦੈ ਸੇਵਿਆ, ਤਿਨ ਹਰ ਆਪ ਮਿਲਾਏ। ਇਸੇ ਤਰ੍ਹਾਂ ਪਹਿਲੇ ਅੱਖਰ ਵਜੋਂ ਸਿਹਾਰੀ ਵਾਲੇ ਵਿਅੰਜਨ ਉਪਰੰਤ ਹਾਹਾ, ਜਿਵੇਂ ਸ਼ਬਦ ਹੈ ਕੇਹ, ਇਹ ਉਚਾਰਨ ਕੇਹ ਹੈ, ਲਘੂ ਲਾਮ, ਪੂਰਨ ਸਿਹਾਰੀ ਨਹੀਂ, ਕੇਹ ਨਹੀਂ, ਕੇਹ। ਗੁਰਬਾਣੀ ਦਾ ਫਰਮਾਨ ਹੈ, ਤੈ ਸਾਚਾ ਮਾਨਿਆ ਕੇਹ ਵਿਚਾਰ। ਇਸੇ ਤਰ੍ਹਾਂ ਵਿਚਕਾਰਲੇ ਅੱਖਰ ਵਜੋਂ ਸਿਹਾਰੀ ਵਾਲੇ ਵਿਅੰਜਨ ਉਪਰੰਤ ਹਾਹਾ, ਜਿਵੇਂ ਸ਼ਬਦ ਹੈ ਮਾਣੇਹ, ਮਾਣੀਹ ਨਹੀਂ, ਮਾਣੇਹ। ਗੁਰਬਾਣੀ ਦਾ ਫਰਮਾਨ ਹੈ, ਮਿਲ ਸੰਤ ਜਨਾ ਰੰਗ ਮਾਣੇਹ ਰਲਿਆ ਜੀਓ। ਇਉਂ ਸ਼ਬਦ ਦੇ ਪਹਿਲੇ ਜਾਂ ਵਿਚਕਾਰਲੇ ਵਿਅੰਜਨ ਨੂੰ ਸਿਹਾਰੀ ਉਪਰੰਤ ਸਵਰ ਜਾਂ ਹਾਹਾ ਹੋਣ ਤੇ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਪੰਜਵਾਂ, ਗੁਰਬਾਣੀ ਵਿੱਚ ਬਹੁਵਚਨੀ ਇਕਾਰਾਂਤਕ ਪੜਨਾਂਵ ਦੇ ਆਖਰੀ ਅੱਖਰ ਨੂੰ ਲੱਗੀ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਜਿਵੇਂ ਇੱਕੇ, ਇੱਕੇ ਦਾ ਲਘੂ ਲਾਮ ਵਾਲਾ ਉਚਾਰਨ ਗੁਰਬਾਣੀ ਦਾ ਪਾਠ ਸੁਣਨ ਵਾਲੇ ਨੂੰ ਇੱਕ ਇਸਤਰੀ ਲਿੰਗ ਇੱਕ ਵਚਨ ਅਤੇ ਇੱਕ ਪੁਲਿੰਗ ਇੱਕ ਵਚਨ ਨਾਲੋਂ ਇੱਕੇ ਦੇ ਵੱਖਰੇ ਭਾਵ ਬਹੁਵਚਨ ਨੂੰ ਉਚਾਰਨ ਰਾਹੀਂ ਦਰਸਾਉਂਦਾ ਹੈ। ਇਸੇ ਤਰ੍ਹਾਂ ਸਭੇ, ਸਭੇ ਨਹੀਂ, ਸਭੇ, ਸਭੇ ਦਾ ਲਘੂ ਲਾਮ ਵਾਲਾ ਉਚਾਰਨ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਸਭ ਇਸਤਰੀ ਲਿੰਗ ਇੱਕ ਵਚਨ ਅਤੇ ਸਭ ਪੁਲਿੰਗ ਇੱਕ ਵਚਨ ਨਾਲੋਂ ਸਭੇ, ਸਭੇ ਬਹੁਵਚਨ ਦੇ ਵੱਖਰੇ ਭਾਵ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਅਵਰੇ,
ਅਵਰੇ ਦਾ ਲਘੂ ਲਾਮ ਵਾਲਾ ਉਚਾਰਨ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਅਵਰ ਇਸਤਰੀ ਲਿੰਗ ਇੱਕ ਵਚਨ ਅਤੇ ਅਵਰ ਪੁਲਿੰਗ ਇੱਕ ਵਚਨ ਨਾਲੋਂ ਅਵਰੇ ਬਹੁਵਚਨ ਦੇ ਵੱਖਰੇ ਭਾਵ ਨੂੰ ਦਰਸਾਉਂਦਾ ਹੈ। 6ਵਾਂ ਇਕਾਰਾਂਤਕ ਸੰਬੰਧਕ। ਦੋ ਸ਼ਬਦ ਹਨ ਅੰਤਰੇ ਅੰਤਰੇ, ਅੰਤਰੇ ਅੰਤਰੇ। ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ। ਇਸੇ ਤਰ੍ਹਾਂ ਇੱਕ ਹੋਰ ਫਰਮਾਨ ਹੈ ਸੱਚਾ ਨਾਮ ਵਸਿਆ ਘਟ ਅੰਤਰੇ ਕਰਤਾ ਆਪ ਸਵਾਰੀ। ਇਕਾਰਾਂਤਕ ਸੰਬੰਧਕਾਂ ਜਿਵੇਂ ਅੰਤਰੇ ਵਿੱਚ ਆਖਰੀ ਅੱਖਰ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੁੰਦਾ ਹੈ, ਜਿਹੜਾ ਅੰਤਰੇ ਦੇ ਰਾਰੇ ਦੀ ਲਾਮ ਦੀ ਪੂਰਨ ਧੁਨੀ ਵਾਲਾ ਉਚਾਰਨ ਨਾਲੋਂ ਵਿਲੱਖਣ ਹੈ। ਗੁਰਬਾਣੀ ਵਿੱਚ ਅੰਤਰੇ ਅਤੇ ਅੰਤਰੇ ਤੋਂ ਇਲਾਵਾ ਇੱਕ ਹੋਰ ਨੇੜਲਾ ਸ਼ਬਦ ਹੈ ਅੰਤਰ। ਗੁਰਬਾਣੀ ਦਾ ਫਰਮਾਨ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਗੁਰਬਾਣੀ ਦਾ ਪਾਠ ਸੁਣਨ ਵਾਲੇ ਨੂੰ ਤਿੰਨੇ ਸ਼ਬਦਾਂ ਦੇ ਫਰਕ ਨੂੰ ਸਹੀ ਉਚਾਰਨ ਰਾਹੀਂ ਜਾਣੂ ਕਰਵਾਇਆ ਜਾ ਸਕਦਾ ਹੈ। ਅੰਤਰੇ ਵਿੱਚ ਰਾਰੇ ਦਾ ਉਚਾਰਨ ਲਾਮ ਦੀ ਪੂਰਨ ਧੁਨੀ ਵਾਲਾ ਹੈ। ਅੰਤਰੇ ਵਿੱਚ ਰਾਰੇ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ। ਅੰਤਰ ਵਿੱਚ ਰਾਰੇ ਦਾ ਉਚਾਰਨ ਮੁਕਤੇ ਦੀ ਦੀਰਘ ਧੁਨੀ ਵਾਲਾ ਹੈ। ਇਸੇ ਤਰ੍ਹਾਂ ਦੋ ਸ਼ਬਦ ਹਨ ਵਿੱਚ ਅਤੇ ਵਿੱਚ, ਵਿੱਚ ਤੇ ਵਿੱਚ। ਵਿੱਚੇ ਦਾ ਅਰਥ ਅੰਦਰ ਹੈ, ਜਦ ਕਿ ਵਿੱਚ ਦਾ ਅਰਥ ਵਿਚੋਲਾਪਨ ਹੈ। ਗੁਰਬਾਣੀ ਦਾ ਫਰਮਾਨ ਹੈ ਵਸਤ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁੱਖ ਕਾਲੇ। ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ਼। ਇਕਾਰਾਂਤਕ ਭਾਵ ਸਿਹਾਰੀ ਵਾਲੇ ਵਿੱਚ ਦੀ ਆਖਰੀ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ, ਜਦ ਕਿ ਉਕਾਰਾਂਤਕ ਵਿੱਚ ਦੇ ਆਖਰੀ ਅੱਖਰ ਦਾ ਉਚਾਰਨ ਮੁਕਤੇ ਦੀ ਦੀਰਘ ਧੁਨੀ ਵਾਲਾ ਹੈ। ਇਉਂ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਵਿੱਚ ਅਤੇ ਵਿੱਚ ਦੀ ਜਾਣਕਾਰੀ ਕੇਵਲ ਗੁਰਬਾਣੀ ਦੇ ਸਹੀ ਉਚਾਰਨ ਰਾਹੀਂ ਹੋ ਜਾਂਦੀ ਹੈ। 7ਵਾਂ ਇਕਾਰਾਂਤਕਰਨ ਕਾਰਕ ਸ਼ਬਦ ਹੈ ਗੁਰਮਤਿ। ਗੁਰਬਾਣੀ ਦਾ ਫਰਮਾਨ ਹੈ ਨਾਨਕ ਗੁਰਮਤਿ ਨਾਮ ਧਿਆਇਆ। ਕਰਨ ਕਾਰਕ ਵਜੋਂ ਗੁਰਮਤਿ ਦਾ ਭਾਵ ਗੁਰੂ ਦੀ ਮੱਤ ਰਾਹੀਂ ਹੁੰਦਾ ਹੈ। ਕਰਨ ਕਾਰਕ ਦੇ ਇਸ ਭਾਵ ਨੂੰ ਗੁਰਬਾਣੀ ਸੁਣਨ ਵਾਲੇ ਨੂੰ ਲਾਮ ਦੀ ਲਘੂ ਧੁਨੀ ਦੇ ਉਚਾਰਨ ਰਾਹੀਂ ਦਰਸਾਇਆ ਜਾਂਦਾ ਹੈ। ਕਰਨ ਕਾਰਕ ਵਜੋਂ ਗੁਰਮਤਿ ਦਾ ਉਚਾਰਨ ਨਾਮ ਵਜੋਂ ਗੁਰਮਤ ਦੇ ਉਚਾਰਨ ਨਾਲੋਂ ਵੱਖਰਾ ਹੁੰਦਾ ਹੈ। ਜਿਵੇਂ ਮਨ ਮੁਖ ਅੰਧਲੇ ਗੁਰਮਤ ਨਾ ਪਾਈ। ਨਾਮ ਵਜੋਂ ਗੁਰਮਤ ਦੇ ਆਖਰੀ ਅੱਖਰ ਤੱਤੇ ਨੂੰ ਸਿਹਾਰੀ ਦਾ ਉਚਾਰਨ ਮੁਕਤੇ ਦੀ ਦੀਰਘ ਧੁਨੀ ਵਾਲਾ ਹੁੰਦਾ ਹੈ। 8ਵਾਂ ਇਕਾਰਾਂਤਕ ਅਧਿਕਰਨ ਕਾਰਕ ਸ਼ਬਦ ਹੈ ਭਗਤੇ, ਭਾਵ ਭਗਤੀ ਵਿੱਚ। ਭਗਤੇ ਭਗਤੀ ਵਿੱਚ। ਗੁਰਬਾਣੀ ਦਾ ਫਰਮਾਨ ਹੈ ਭਗਤੇ ਰਤੇ ਸੇ ਉਤਮਾ ਜਤ ਪਤ ਸਬਦੇ ਹੋਏ। ਆਖਰੀ ਅੱਖਰ ਤੱਤੇ ਨੂੰ ਸਿਹਾਰੀ ਦਾ ਉਚਾਰਨ ਲਾਮ ਦੀ ਲਘੂ ਧੁਨੀ ਵਾਲਾ ਹੈ, ਅਧਿਕਰਨ ਕਾਰਕ। ਪਰ ਜੇਕਰ ਇਹ ਸ਼ਬਦ ਅਧਿਕਰਨ ਕਾਰਕ ਨਾ ਹੋ ਕੇ ਇਕਾਰਾਂਤਕ ਇਸਤਰੀ ਲਿੰਗ ਨਾਮ ਹੋਵੇ ਤਾਂ ਇਸ ਦਾ ਉਚਾਰਨ ਵੱਖਰਾ ਹੋਵੇਗਾ। ਜਿਵੇਂ ਹਰ ਕੀ ਭਗਤ ਬਿਨਾ, ਭਗਤ ਬਿਨਾ ਮਰ ਮਰ ਰੁੰਨਿਆ। ਭਗਤ ਇਕਾਰਾਂਤਕ ਇਸਤਰੀ ਲਿੰਗ ਨਾਮ ਦੇ ਆਖਰੀ ਅੱਖਰ ਤੱਤੇ ਨੂੰ ਸਿਹਾਰੀ ਦਾ ਉਚਾਰਨ ਮੁਕਤੇ ਦੀ ਲਘੂ ਧੁਨੀ ਵਾਲਾ ਹੁੰਦਾ ਹੈ। ਇਉਂ ਲਾਮ ਦੀ ਲਘੂ ਧੁਨੀ ਦਾ ਉਚਾਰਨ ਗੁਰਬਾਣੀ ਦਾ ਇੱਕ ਅਜਿਹਾ ਵਿਲੱਖਣ ਉਚਾਰਨ ਹੈ ਜੋ ਗੁਰਬਾਣੀ ਸੁਣਨ ਵਾਲੇ ਨੂੰ ਪੜਨਾਮ ਦੇ ਵਚਨ ਅਤੇ ਲਿੰਗ, ਸੰਬੰਧਕਾਂ ਦੀ ਪਛਾਣ, ਕਰਨ ਕਾਰਕ ਅਤੇ ਅਧਿਕਰਨ ਕਾਰਕ ਦੀ ਪਛਾਣ ਕਰਾਉਣ ਵਿੱਚ ਮਹੱਤਵਪੂਰਨ ਢੰਗ ਨਾਲ ਸਹਾਈ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।